26 ਮਾਰਚ 2021 ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਵਿੱਚ ਇੱਕ ਘਟਨਾ ਵਾਪਰੀ ਸੀ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੇ ਜਿਹੜੇ ਕਿ ਕੱਪੜੇ ਪਾੜੇ ਗਏ। ਤੁਹਾਡੀ ਵੀ ਕੱਲ ਜਿਹੜੀ ਆ ਉਹ ਰਿਹਾਈ ਹੋਈ ਹੈ ਜੇਲ੍ਹ ਦੇ ਵਿੱਚੋਂ। ਜਿਹੜਾ ਮਲੋਟ ਉਹ ਬੀਜੇਪੀ ਵਿਧਾਇਕ ਦੀ ਵਿਰੋਧਤਾ ਸੀ, ਗੁੱਸੇ ਦਾ ਸ਼ਿਕਾਰ ਹੋਣਾ ਪਿਆ, ਕੱਪੜੇ ਪਟੇ ਬਹੁਤ ਜ਼ਿਆਦਾ, ਜਿਹੜੀ ਉਹ ਬੇਇੱਜ਼ਤੀ ਵੀ ਹੋ ਗਈ ਉਹਨਾਂ ਦੀ। ਤਾਂ ਕੀ ਲੱਗਦਾ ਪੰਜਾਬ ਦੇ ਵਿੱਚ ਆਉਣ ਵਾਲਾ ਸਿਆਸੀ ਭਵਿੱਖ ਸਿਆਸੀ ਲੋਕਾਂ ਦਾ, ਖਾਸ ਕਰਕੇ ਬੀਜੇਪੀ ਦਾ ਕੀ ਹੋ ਸਕਦਾ ਹੈ ਜੇ ਖੇਤੀ ਮਸਲਾ, ਖੇਤੀ ਕਾਨੂੰਨ ਹੱਲ ਨਾ ਹੋਏ? 5-7 ਮਹੀਨੇ ਰਹਿ ਗਏ, ਸਕਦਾ ਕਿ ਬਹੁਤ ਸਾਰੇ ਵਿਧਾਇਕਾਂ ਨੂੰ ਇਸ ਤਰ੍ਹਾਂ ਕੱਪੜੇ ਪੜਵਾਉਣੇ ਪੈਣਗੇ, फैसले बदलने पैणगे पंजाब के माहौल में देखते हुए। तो फिर जेड़े जेड़े साडी फांसी का रस्सा वटन दे विच हिस्सेदार बख्शांगे किसी नूं नहीं, कल्ले बीजेपी वाले नहीं। दूजी गल ये भी इन्हां नूं नंगा कीता गया। मैं कहना आउण वाले दिनां दा असीं डेमो पेश कीता इन्हां वास्ते। भी अगले हालात इहो जिहे होणे आ। तुसीं जो कह के सत्ता च आए सी, जे उहनूं पूरा नहीं कीता तां फिर जिहो जिहा हसर मलोट वालिआं ने कीता, ਅਸੀਂ ਕੀਤਾ ਇੱਥੇ ਸਿੱਧੂਪੁਰ ਜਥੇਬੰਦੀ ਨੇ ਮਲੋਟ 'ਚ MLA ਦਾ, ਪੂਰੇ ਹਿੰਦੁਸਤਾਨ ਦੇ ਵਿੱਚ ਹਰ ਇੱਕ ਸਿਆਸੀ ਬੰਦੇ ਦਾ ਇਹੋ ਜਿਹਾ ਹਾਲ। ਤੁਸੀਂ KTV UK ਦੇਖ ਰਹੇ ਹੋ। 26 ਮਾਰਚ 2021 ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਵਿੱਚ ਇੱਕ ਘਟਨਾ ਵਾਪਰੀ ਸੀ। ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਇੱਕ ਵਿਧਾਇਕ ਦੇ ਜਿਹੜੇ ਕਿ ਕੱਪੜੇ ਪਾੜੇ ਗਏ। ਕੁਝ ਕਿਸਾਨਾਂ ਦੇ ਇਕੱਠ ਵੱਲੋਂ ਉਹਨਾਂ ਦੇ ਨਾਲ ਧੱਕਾ ਮੁੱਕੀ ਕੀਤੀ ਗਈ, ਜਿਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਪੱਖ ਆ ਉਹ ਸਾਹਮਣੇ ਆਏ ਸੀ। ਕੁਝ ਕਿਸਾਨਾਂ ਦੇ ਉੱਤੇ ਜਿਹੜੀਆਂ ਕਿ ਸਖਤ ਧਾਰਾਵਾਂ ਲਾ ਕੇ ਪੰਜਾਬ ਦੀ ਸਰਕਾਰ ਨੇ ਪਰਚੇ ਦਰਜ ਕੀਤੇ, ਗ੍ਰਿਫਤਾਰੀਆਂ ਹੋਈਆਂ। ਉਹ ਸਾਰੇ ਕਿਸਾਨ ਸਾਡੇ ਨਾਲ ਮੌਜੂਦ ਨੇ। ਆਖਿਰ ਕੀ ਕਾਰਨ ਰਹੇ ਹੋਣਗੇ ਕਿ ਇੱਕ ਵਿਧਾਇਕ ਦੇ ਕੱਪੜੇ ਤੱਕ ਪਾੜ ਗਏ ਉਸ ਗੁੱਥਮ ਗੁੱਥੀ ਦੇ ਵਿੱਚ, ਧੱਕਾ ਮੁੱਕੀ ਦੇ ਵਿੱਚ, ਔਰ ਕਿਸਾਨਾਂ ਦੀ ਜਿਹੜੀ ਕੀ ਮਜਬੂਰੀ ਸੀ ਆਖਿਰ ਜਿਹੜੀ ਕਿ ਉਹ BJP ਵਿਧਾਇਕ ਦਾ ਇੰਨਾ ਵਿਰੋਧ ਤਿੱਖਾ ਕਰਨਾ ਪਿਆ ਕਿ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਉਹਨੂੰ ਜਿਹੜਾ ਕਿ ਬਿਲਕੁਲ ਹੀ ਨਿਰਵਸਤਰ ਕਰ ਦਿੱਤਾ ਗਿਆ। ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ। ਬੁੜਾ ਗੁੱਜਰ ਸਾਹਿਬ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕੇਸ ਪਰ ਅਸੀਂ ਚੱਲਾਂਗੇ ਕਿਉਂਕਿ ਤੁਹਾਡੀ ਕੱਲ ਰਿਹਾਈ ਹੋਈ ਹੈ ਜੇਲ੍ਹ ਦੇ ਵਿੱਚੋਂ, ਮੁਕਤਸਰ ਸਾਹਿਬ ਦੇ ਵਿੱਚੋਂ, ਜਿੱਥੇ ਕਿਸਾਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਅਸੀਂ ਕਹਿ ਸਕਦੇ ਹਾਂ, ਕਿਉਂਕਿ ਸੰਘਰਸ਼ ਦਾ ਹੀ ਇੱਕ ਹਿੱਸਾ ਸੀਗਾ ਉਹ ਵਿਰੋਧਤਾ ਕਰਨੀ। ਪਰ ਜਿਹੜਾ ਉਹ ਤਰੀਕਾ ਸੀਗਾ, ਉਹ ਰੂਪ ਸੀਗਾ, ਉਹਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜਾ ਕਿ ਉਹ ਇਸ ਨੂੰ ਖਿਲਾਫਤ ਵੀ ਕਰਦੇ ਰਹੇ, ਆਲੋਚਨਾ ਕਰਦੇ ਰਹੇ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕੱਪੜੇ ਨਹੀਂ ਪਾੜਨੇ ਚਾਹੀਦੇ। ਉਹਨੂੰ ਜਿਹੜਾ ਕਿ ਇੱਕ ਚੁਣਿਆ ਗਿਆ ਲੋਕਾਂ ਦਾ ਨੁਮਾਇੰਦਾ। ਸਭ ਤੋਂ ਪਹਿਲਾਂ ਉੱਥੇ ਲੈ ਚੱਲਦੇ ਹਾਂ। ਐਲਾਨ ਤੁਸੀਂ ਕੀਤਾ ਸੀ ਵੀ ਅਸੀਂ ਕਿਸੇ ਨੂੰ ਵੀ ਜਿਹੜਾ ਇਕੱਠ ਸਿਆਸੀ ਜਾਂ ਕਿਸੇ ਵੀ ਤਰ੍ਹਾਂ ਦਾ ਲੋਕਾਂ ਦੇ ਵਿੱਚ ਵਿਚਰਨ ਨਹੀਂ ਦਿਆਂਗੇ। ਤਾਂ ਕਿਹੜੇ ਹਾਲਾਤ ਬਣੇ ਕਿ ਤੁਹਾਡੀ ਜਿਹੜੀ ਆਪਸੀ ਗੁੱਥਮ ਗੁੱਥੀ ਸੀ, ਆਪਸਾ ਟਕਰਾਓ ਸੀ ਜਿਹੜਾ ਕਿਸਾਨਾਂ ਦਾ, ਉਹ ਸ਼ਾਂਤਮਈ ਸੀ ਰੱਖਿਆ ਹੋਇਆ? ਕੀ ਕਾਰਨ ਬਣੇ ਕਿ ਉਹ ਇੱਥੋਂ ਤੱਕ ਪਹੁੰਚ ਗਿਆ ਕਿ ਉਹਦੇ ਕੱਪੜੇ ਤੱਕ ਫਟ ਗਏ? ਸਭ ਤੋਂ ਪਹਿਲਾਂ ਤਾਂ ਤੁਹਾਡੇ ਮਾਧਿਅਮ ਰਾਹੀਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ 1 ਵਜੇ ਇਹ 26 ਤਰੀਕ ਨੂੰ, ਜਿਹੜੀ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਸੀ, ਤੇ ਭਾਰਤ ਬੰਦ ਦੇ ਸੱਦੇ ਦੇ ਵਿੱਚ ਸ਼ਾਮ ਨੂੰ ਅਸੀਂ ਐਲਾਨ ਕੀਤਾ ਸੀ ਵੀ ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਕੋਈ ਵੀ ਕਾਨਫਰੰਸ ਜਾਂ ਰੈਲੀ ਨਹੀਂ ਕਰਨ ਦੇਵਾਂਗੇ। ਪਰੰਤੂ 24 ਘੰਟੇ ਦੇ ਅੰਦਰ ਅੰਦਰ ਹੀ ਇੱਕ ਰਾਜਨੀਤਿਕ ਹੰਬੋਰ ਤੋਂ MLA ਮਲੋਟ ਆਉਂਦਾ ਹੈ। ਹਾਲਾਂਕਿ ਉਹਦਾ ਹਲਕਾ ਹੰਬੋਰ, ਉਹਨਾਂ ਦਾ ਆਉਣਾ ਹੀ ਵਾਜਬ ਨਹੀਂ ਸਮਝਦੇ ਅਸੀਂ। ਪਰੰਤੂ ਸਾਨੂੰ ਜਦੋਂ ਪਤਾ ਲੱਗਾ ਤੇ ਅਸੀਂ ਇੰਟੈਲੀਜੈਂਸੀ ਦੇ ਰਾਹੀਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਵੀ ਤੁਸੀਂ ਨਾ ਹੋ, ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਨਫਰੰਸ ਨਹੀਂ ਕਰਨ ਦੇਵਾਂਗੇ। ਪਰੰਤੂ ਉਹਨਾਂ ਦੇ ਰੋਕਣ 'ਤੇ ਨਹੀਂ ਰੁਕੇ। ਜਦੋਂ ਸਾਨੂੰ ਪਤਾ ਲੱਗਾ 12-12:30 ਵਜੇ ਤੇ 3 ਵਜੇ ਦਾ ਉਹਦਾ ਸਮਾਂ ਸੀ, ਅਸੀਂ ਉੱਥੇ ਜਾ ਕੇ ਉਹਨਾਂ ਦੇ ਦਫ਼ਤਰ ਦੇ ਬਾਹਰ ਧਰਨਾ ਲਾਤਾ। ਜਦੋਂ ਧਰਨਾ ਲੱਗ ਗਿਆ, ਉਸ ਤੋਂ ਬਾਅਦ ਉਹਨੇ ਆਣ ਕੇ ਆਪਦੀ ਗੱਡੀ ਵਿੱਚ ਆਣ ਕੇ ਰੋਕ ਲਈ, ਐਂ ਕਰਕੇ ਆਕੜ ਨਾਲ ਆਪਦੀ ਗੱਡੀ, ਵੀ ਮੈਂ ਤਾਂ ਜ਼ਬਰਦਸਤੀ ਕਰੂੰਗਾ ਇੱਥੇ ਪ੍ਰੈਸ ਕਾਨਫਰੰਸ। ਪਰੰਤੂ ਪ੍ਰਸ਼ਾਸਨ ਨੇ ਤੇ ਜਿਹੜੇ ਕਿਸਾਨ ਆਗੂ ਸੀ, ਇਹਨਾਂ ਨੇ ਤਾਂ ਆਪਦੀ ਡਿਊਟੀ ਨਿਭਾਉਂਦਿਆਂ ਪੂਰੀ ਤਨਦੇਹੀ ਕੀਤੀ ਵੀ ਇਹਦੇ ਨਾਲ ਜਿਹੜੀ ਕੱਲਾ ਅਸੀਂ ਵਿਰੋਧ ਪ੍ਰੋਟੈਸਟ ਹੀ ਕਰਨਾ। ਪਰ ਲੋਕਾਂ ਦਾ ਜਿਹੜਾ ਗੁੱਸਾ ਸੀ, ਉਹ ਲੋਕਾਂ ਦਾ 5 ਮਹੀਨੇ ਤੋਂ ਲਗਾਤਾਰ ਬਾਰਡਰ ਤੇ ਬੈਠੇ ਨੇ, ਲੋਕਾਂ ਦਾ ਗੁੱਸਾ ਇੰਨਾ ਜ਼ਿਆਦਾ ਸੀ, ਸਾਡੇ ਕਹਿਣ ਦੇ ਬਾਵਜੂਦ ਵੀ ਲੋਕਾਂ ਨੇ ਜਿਹੜਾ ਉਹ ਘਟਨਾ ਨੂੰ ਅੰਜਾਮ ਦੇਣਾ ਪਿਆ, ਕਿਉਂਕਿ ਉਹਨਾਂ ਦੀ ਵੀ ਮਜਬੂਰੀ ਸੀ। ਗੁੱਸਾ ਹੀ ਇੰਨਾ ਥਾ ਸੀ ਵੀ ਸਾਨੂੰ ਉੱਥੋਂ ਤੱਕ ਜਾਣਾ ਭਾਵੇਂ ਨਹੀਂ ਚਾਹੀਦਾ, ਪਰੰਤੂ ਜੇਕਰ ਸਾਡੇ ਉਹ ਕਹਿਣ ਤੇ ਰੁਕ ਜਾਂਦਾ ਤਾਂ ਹੋ ਸਕਦਾ ਵੀ ਸਾਡਾ ਇਕੱਲਾ ਵਿਰੋਧ ਪ੍ਰੋਟੈਸਟ ਹੀ ਰਹਿ ਜਾਂਦਾ। ਪਰੰਤੂ ਜਦੋਂ ਉਹਨੇ ਇਸ ਗੱਲ ਦਾ ਨਹੀਂ ਜ਼ਿਕਰ ਕੀਤਾ ਵੀ ਮੈਂ ਤਾਂ ਜ਼ਬਰਦਸਤੀ ਕਰਨੀ ਹੈ, ਪਰ ਜਦੋਂ ਜ਼ਬਰਦਸਤੀ ਦੇ ਵਿੱਚ ਹੱਥੋਂ ਪਾਈ ਹੋਏ ਨੇ ਲੋਕ, ਨਾਲ ਅਸੀਂ ਹਾਂ, ਸਾਰੀ ਸੰਗਤ ਹੋਈ, ਕਿਸਾਨ ਜਥੇਬੰਦੀ ਦੇ ਨੁਮਾਇੰਦੇ ਹੋਏ, ਪਰ ਉਹਦੇ ਵਿੱਚ ਕਿਸੇ ਨੇ ਵੀ ਉਸ ਘਟਨਾ ਨੂੰ ਅੰਜਾਮ ਦਿੱਤਾ, ਭਾਵੇਂ ਉਹਦੇ ਨਾਲ ਦਾ ਸਾਥੀ ਆਇਆ ਹੋਵੇ, ਅਸੀਂ ਇਹ ਵੀ ਕਹਿ ਸਕਦੇ ਹਾਂ, ਭਾਵੇਂ ਕੋਈ ਕਿਸਾਨ ਸੀ, ਕਿਵੇਂ ਵੀ ਸੀ, ਪਰ ਉਹਦੇ ਵਿਰੋਧ ਦੇ ਵਿੱਚ ਜੋ ਸਾਡੇ ਤੇ ਪੁਲਿਸ ਨੇ ਪਰਚੇ ਦਰਜ ਕੀਤੇ, ਜੋ ਕੁਝ ਹੋਇਆ
ਉਹ ਜਥੇਬੰਦੀ ਨੇ ਜ਼ਿੰਮੇਵਾਰੀ ਚੱਕੀ ਸੀ। ਅਸੀਂ ਐਲਾਨ ਕੀਤਾ ਸੀ, ਅਸੀਂ ਆਪਦੇ ਤੇ ਪਰਚੇ ਕਰਾ ਕੇ ਅਸੀਂ ਆਪ ਜੇਲ੍ਹ ਗਏ ਹਾਂ, ਸਾਰੇ ਅਸੀਂ ਆਗੂ ਜੇਲ੍ਹ ਗਏ ਹਾਂ ਔਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆਉਣ ਦੀ। ਅਸੀਂ ਅੱਜ ਵੀ ਉਸ ਦਾ ਅੱਗੇ ਤੋਂ ਕੋਈ ਵੀ ਰਾਜਨੀਤਿਕ ਪਾਰਟੀ, ਆਮ ਆਦਮੀ ਪਾਰਟੀ ਹੋਵੇ, ਕਾਂਗਰਸ ਹੋਵੇ, ਅਕਾਲੀ ਹੋਵੇ, ਬੀਜੇਪੀ ਹੋਵੇ, ਡਟ ਕੇ ਉਹਨਾਂ ਦਾ ਵਿਰੋਧ ਕਰਾਂਗੇ। ਸਰਕਾਰ ਸਾਡੇ ਤੇ ਕਿਹੋ ਜਿਹਾ ਮਰਜ਼ੀ ਤਸ਼ੱਦਦ ਕਰੇ, ਪਰਚਾ ਕਰੇ, ਸਾਡੀ ਜਥੇਬੰਦੀ ਵੱਲੋਂ ਸੰਯੁਕਤ ਮੋਰਚੇ ਵੱਲੋਂ ਡਿਊਟੀ ਲੱਗੀ ਹੈ, ਅਸੀਂ ਆਪਦੀ ਡਿਊਟੀ ਨੂੰ ਐਵੇਂ ਤਨਦੇਹੀ ਨਾਲ ਨਿਭਾਵਾਂਗੇ। ਤਾਂ ਇਹਨੇ ਸੁਖਦੇਵ ਸਿੰਘ ਬੂੜਾ ਗੁੱਜਰ ਜਿਹੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਹੜੇ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਆਗੂ ਆ, ਪ੍ਰਧਾਨ ਆ। ਤਾਂ ਲੋਕ ਰੋਹ ਦਾ ਜਿਹੜਾ ਸ਼ਿਕਾਰ, ਲੋਕਾਂ ਦੇ ਗੁੱਸੇ ਦਾ ਜਿਹੜਾ ਸ਼ਿਕਾਰ ਉਹ ਬੀਜੇਪੀ ਵਿਧਾਇਕ ਨੂੰ ਹੋਣਾ ਪਿਆ। ਤਾਂ ਆਖਰ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ, ਜਦੋਂ ਤੁਸੀਂ ਜਿੱਦਾਂ ਕਿਹਾ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਸਪਸ਼ਟ ਤੌਰ ਤੇ ਪਤਾ ਸੀ ਵੀ 6 ਮਹੀਨਿਆਂ ਤੋਂ ਕਿਸਾਨ ਜਿਹੜੇ ਆ ਦਿੱਲੀ ਬਾਰਡਰਾਂ ਤੇ ਬੈਠੇ ਆਪਣੇ ਹੱਕਾਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ, ਤਾਂ ਇੱਕ ਬੀਜੇਪੀ ਦਾ ਵਿਧਾਇਕ ਚੜਾ ਰਿਹਾ ਹੈ, ਸ਼ਰੇਆਮ ਚੈਲੰਜ ਕਰ ਰਿਹਾ ਵੀ ਜਦੋਂ ਤੁਸੀਂ ਕਿਹਾ ਵੀ ਅਸੀਂ ਵਿਰੋਧਤਾ ਕਰਾਂਗੇ, ਬਾਈਕਾਟ ਕਰਾਂਗੇ, ਉਦੋਂ ਪ੍ਰੋਗਰਾਮ ਰੱਖ ਰਿਹਾ। ਤਾਂ ਉਹਨਾਂ ਦੀ ਕੁਛ ਅਜਿਹੀ ਮਨਸ਼ਾ ਸੀ ਵੀ ਕਿਸਾਨਾਂ ਨੂੰ ਉਕਸਾਵੇ ਤਾਂ ਕੁਛ ਇਸ ਤਰ੍ਹਾਂ ਦਾ ਵਾਪਰੇ। ਇਹ ਬੀਜੇਪੀ ਦੀਆਂ ਚਾਲਾਂ ਨੇ, ਕਿਸੇ ਨਾ ਕਿਸੇ ਦੀ ਕੋਈ ਘਟਨਾ ਉਹਨੂੰ ਅੰਜਾਮ ਦਿੱਤਾ ਜਾਵੇ, ਕਿਤੇ ਭੀੜ ਭੜੱਕੇ ਲਈ ਵੱਧ ਜਗ੍ਹਾ ਵੱਧ ਨੁਕਸਾਨ ਹੋ ਜਾਏ ਤੇ ਕਿਸਾਨ ਅੰਦੋਲਨ ਤੇ ਜਿਹੜਾ ਅਸਰ ਪਵੇ। ਪਰ ਇਹਨਾਂ ਤਾਂ ਅਸੀਂ ਸਮਝਦਾਰ ਹਾਂ, ਅਸੀਂ ਆਪਦੀ ਬਹੁਤ ਸਮਝ ਤੋਂ ਕੰਮ ਲਿਆ। ਅਜੇ ਵੀ ਜਿੰਨਾ ਉੱਥੇ ਹੋ ਸਕਦਾ ਸੀ ਉਹ ਸਾਡੇ ਹਿਸਾਬ ਨਾਲ ਬਹੁਤ ਅਜੇ ਘੱਟ ਹੋਇਆ, ਪਰੰਤੂ ਇਹਦੋਂ ਵੀ ਅੱਗੇ ਜਾ ਸਕਦੀ ਸੀ ਗੱਲ, ਸੱਟ ਪੇਟ ਵੀ ਲੱਗ ਸਕਦੀ, ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਸੀ। ਲੋਕਾਂ ਦਾ ਇਕੱਠ 400 ਕਿਸਾਨ ਸੀ, ਉਹਦੇ ਤੇ ਜਿਹੜਾ ਲਗਭਗ ਹੋ ਸਕਦਾ ਸੀ, ਪਰੰਤੂ ਅਸੀਂ ਉਸ ਨੂੰ ਪੂਰਾ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਉੱਥੋਂ ਤੱਕ ਜਾਣ ਦਾ, ਕਿਉਂਕਿ ਜੇਕਰ ਉਹ ਇਸ ਗੱਲ ਤੇ ਅੜੇ ਹੋਏ ਨੇ ਵੀ ਅਸੀਂ ਦੂਜਾ ਕਾਨਫਰੰਸ ਕਰਾਂਗੇ, ਪਰ ਸਾਡੀ ਵੀ ਡਿਊਟੀ ਬਣਦੀ ਅਸੀਂ ਉਹਨੂੰ ਰੋਕਣਾ ਦਾ ਐਲਾਨ ਕੀਤਾ ਤੇ ਅਸੀਂ ਉਹਨੂੰ ਰੋਕਾਂਗੇ, ਭਾਵੇਂ ਸਾਨੂੰ ਕਿਸੇ ਤਰੀਕੇ ਨਾਲ ਰੋਕਣਾ ਪਵੇ। ਤੇ ਜਿੱਦਾਂ ਬਹੁਤ ਸਾਰੇ ਕੁਝ ਲੋਕ ਕਹਿੰਦੇ ਆ, ਕੁਝ ਕਹਿੰਦੇ ਵੀ ਇਹ ਸਿਆਸੀ ਪਾਰਟੀਆਂ ਦੇ ਚੁੱਕੇ ਹੋਏ ਲੋਕ ਆ, ਇਹ ਕਿਸਾਨ ਤੇ ਹੈ ਨਹੀਂ। ਕੀ ਇਹ ਕਿੰਨਾ ਕੁ ਸੱਚ ਹੈ ਕਿ ਕੋਈ ਤੁਹਾਡੇ 'ਚ ਕੁਝ ਜਿਹੇ ਲੋਕ ਹੈਗੇ ਜਿਹੜੇ ਦੂਜੀਆਂ ਬੀਜੇਪੀ ਦੇ ਵਿਰੋਧੀ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਨਾਲ ਕੋਈ ਮੇਲ ਮਿਲਾਪ ਰੱਖਦੇ ਹੋਣ, ਕਿਤੇ ਇਹ ਜਿਹੜਾ ਵਿਰੋਧਤਾ ਹੋਈ ਇਹਦੇ ਪਿੱਛੇ ਕੋਈ ਸਿਆਸੀ ਮਕਸਦ ਤਾਂ ਨਹੀਂ ਤੁਹਾਡਾ? ਬਿਲਕੁਲ ਸਿਆਸੀ ਨਹੀਂ, ਇਹਨੂੰ ਨਾ ਗਲਤ ਗੱਲ ਨੂੰ ਪ੍ਰਚਾਰਿਆ ਜਾ ਰਿਹਾ। ਮੈਂ ਇਹ ਗੱਲ ਸਮਝਦਾ ਵੀ ਉਹਨੇ ਵੀ ਇੱਕ ਬਿਆਨ ਦਿੱਤਾ ਸੀ ਵੀ ਇਹ ਜਿਹੜੇ ਕਾਂਗਰਸ ਦੇ ਲੋਕ ਨੇ, ਪਰ ਕਾਂਗਰਸ ਦੇ ਇੱਕ ਵੀ ਬੰਦੇ ਤੇ ਪਰਚਾ ਨਹੀਂ ਦਰਜ। ਜਿੰਨੇ ਕਿਸਾਨ ਜਥੇਬੰਦੀ ਦੇ ਨੁਮਾਇੰਦੇ ਨੇ ਜਾਂ ਕਿਸਾਨ ਵਰਕਰ ਨੇ, ਪਰਚੇ ਉਹਨਾਂ ਤੇ ਦਰਜ ਹੁੰਦੇ ਆ। ਇਹਦਾ ਮਤਲਬ ਤਾਂ ਉਹ ਬਿਲਕੁਲ ਝੂਠ ਬੋਲਦੇ ਆ। ਮੈਨੂੰ ਅੱਜ ਤੱਕ 15 ਸਾਲ ਹੋ ਗਏ ਜਥੇਬੰਦੀ ਦੀ ਨੁਮਾਇੰਦਗੀ ਕਰਦੇ ਨੂੰ, ਪਰੰਤੂ ਅੱਜ ਤੱਕ ਮੇਰੀ ਕੋਈ ਬੰਦਾ ਰਾਜਨੀਤਿਕ ਲੀਡਰ ਨਾਲ ਫੋਟੋ ਲੈਵੇ, ਰਾਜਨੀਤਿਕ ਮੇਰੇ ਘਰੇ ਬੈਠਾ ਵਿਖਾ ਦੇਵੇ, ਰਾਜਨੀਤਿਕ ਦੇ ਮੈਂ ਘਰੇ ਬੈਠਾ ਵਿਖਾ ਦੇਵੇ, ਤੇ ਮੈਂ ਹਰ ਗੱਲ ਦਾ ਜਵਾਬ ਦਊਂਗਾ ਵੀ ਅਸੀਂ ਸਿਆਸੀ ਲੋਕਾਂ ਨਾਲ ਸਾਡਾ ਕੀ, ਸਾਡਾ ਸਿਆਸਤ ਵਾਲੇ ਲੋਕਾਂ ਨਾਲ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਆਪਦੇ ਹੱਕਾਂ ਦੀ ਖਾਤਰ ਲੜਦੇ ਹਾਂ ਔਰ ਆਪਦੇ ਹੱਕਾਂ ਦੀ ਖਾਤਰ ਲੜਦੇ ਰਹਾਂਗੇ। ਜਿੰਨਾ ਚਿਰ ਅਸੀਂ ਆਪਦੀ ਡਿਊਟੀ ਦੇ ਤੈਨਾਤ ਹਾਂ, ਉਹਨਾਂ ਚਿਰ ਅਸੀਂ ਆਪਦੀ ਡਿਊਟੀ ਵਫਾਦਾਰੀ ਨਾਲ ਨਿਭਾਵਾਂਗੇ। ਤਾਂ ਸੁਖਦੇਵ ਸਿੰਘ ਜੀ, ਕਿੰਨੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਸੀ? ਕਿਹੜੀ ਸਖਤ ਧਾਰਾ, ਇਰਾਦਾ ਕਤਲ ਤੱਕ ਦੀਆਂ ਜਿਹੜੀਆਂ ਧਾਰਾਵਾਂ ਵਿੱਚ ਸ਼ਾਮਲ ਹੋ ਗਈਆਂ, ਕਿੰਨੇ ਕਿਸਾਨਾਂ ਤੇ ਜਿਹੜੇ ਪਰਚੇ ਦਰਜ ਸੀ ਔਰ ਕਿੰਨੀਆਂ ਧਾਰਾਵਾਂ ਜਿਹੜੀ ਤੁਸੀਂ ਸਾਨੂੰ ਥੋੜੀ ਦੇ ਦਿਓ? 27 ਕਿਸਾਨਾਂ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਜੀ, ਤੇ 27 ਕਿਸਾਨਾਂ ਨੂੰ ਹੀ ਜ਼ਮਾਨਤਾਂ ਕਰਾਉਣੀਆਂ ਪਈਆਂ। ਅੱਛਾ ਜੀ। 307 ਵਗੈਰਾ 422 ਨੇਮ ਹੋਏ, 420 106 120 ਵੀ ਇਹੋ ਜਿਹੀਆਂ 9 ਧਾਰਾਵਾਂ ਲਾ ਕੇ 307 ਵਰਗੀਆਂ ਜਿਹੜਾ ਪਰਚਾ ਸਾਡੇ ਤੇ ਦਰਜ ਕੀਤਾ ਗਿਆ, ਜਿਹੜੀਆਂ ਕੋਈ ਬਿਲਕੁਲ ਸਾਡੇ ਤੇ ਲੱਗਣ ਵਾਜਬ ਨਹੀਂ ਸੀ। ਸਰਕਾਰ ਨੇ ਧੱਕੇ ਨਾਲ ਸਾਡੇ ਤੇ ਲਾਈਆਂ ਔਰ ਲਾ ਕੇ ਸਾਨੂੰ ਜਿਹੜਾ ਮਹੀਨਾ ਜੇਲ੍ਹ ਦੇ ਵਿੱਚ ਡੱਕਿਆ। ਪਰ ਅਸੀਂ ਇਹ ਕਵਾਂਗੇ, ਅਸੀਂ ਜੇਲ੍ਹ ਦੇ ਵਿੱਚ ਆਪ ਗ੍ਰਿਫਤਾਰੀ ਦਿੱਤੀ। ਅਸੀਂ ਆਪਦੇ ਸੰਤਾਪ ਨੂੰ, ਜਿਹੜਾ ਜਥੇਬੰਦੀ ਤੇ ਮਾਮਲਾ ਲੋਕਾਂ ਦਾ ਸੀ, ਉਹਨੂੰ ਆਪਦੇ ਨਾਲ ਹੰਡਾਇਆ ਕਿ ਬਹੁਤ ਸਾਰੀਆਂ ਜਥੇਬੰਦੀਆਂ ਜਾਂ ਲੋਕ ਰਾਜਨੀਤਿਕ ਉਹ ਇਹੋ ਜਿਹੇ ਮਾਮਲੇ 'ਚ ਜਾ ਕੇ ਲੋਕਾਂ ਤੋਂ ਲਾਹ ਲੈਣ ਦੀ ਕੋਸ਼ਿਸ਼ ਕਰਦੇ, ਲੋਕਾਂ ਨੂੰ ਅੱਗੇ ਕਰਦੇ, ਆਪ ਪਿੱਛੇ ਹਟਦੇ। ਪਰੰਤੂ ਅਸੀਂ ਫਿਰ ਵੀ ਇਸ ਗੱਲ ਨੂੰ ਸਮਝ ਤੋਂ ਕੰਮ ਲਿਆ ਵੀ ਅਸੀਂ ਆਪਣੇ ਆਪ ਜਿਹੜੀਆਂ ਗ੍ਰਿਫਤਾਰੀਆਂ ਦਿੱਤੀਆਂ ਕਿਸਾਨ ਆਗੂਆਂ ਨੇ, ਤੇ ਉਹਦੀ ਵਜ੍ਹਾ ਕਰਕੇ ਜਿਹੜਾ ਅਸੀਂ ਆਪਦਾ ਪ੍ਰੋਟੈਸਟ ਨੂੰ ਪੂਰਾ ਕੀਤਾ। ਤੇ ਅਸੀਂ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਲੋਕਾਂ ਨੇ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ। ਇੱਕ ਮੈਂ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਕਿਹਾ ਵੀ ਲੋਕਾਂ ਦਾ ਧੰਨਵਾਦ ਕਰਦੇ, ਲੋਕ ਤਾਂ ਕਿਸਾਨ ਸੰਘਰਸ਼ ਦੇ ਨਾਲ ਜਦੋਂ ਤੁਸੀਂ ਬਾਰਡਰ ਤੋੜ ਕੇ ਗਏ ਹੋ, ਬੈਰੀਅਰ ਤੋੜ ਕੇ ਗਏ ਹੋ, ਭਾਲਾ ਦੀ ਲੋਕ ਲਾਲ ਕਿਲੇ 'ਚ ਪਹੁੰਚ ਗਏ, ਲੋਕਾਂ ਨੇ ਸਾਥ ਹੀ ਦਿੱਤਾ, ਪੁੱਤ ਮਰਵਾ ਕੇ ਵੀ ਸਾਥ ਦਿੱਤਾ। ਤਾਂ ਇਹ ਮੈਂ ਪੁੱਛਣਾ ਚਾਹੁੰਦਾ, ਜਿਹੜੇ 27 ਦੇ ਪਰਚਾ ਦਰਜ ਹੋਇਆ, ਕਿਸੇ ਹੋਰ ਜਥੇਬੰਦੀ ਦੇ ਵੀ ਸੀ ਜਾਂ ਇਕੱਲੇ ਸਾਰੇ ਉਹ ਜਿਹੜੇ ਕਿਸਾਨ ਹੈਗੇ ਇੱਕ ਤਾਂ ਸਿੱਧੂਪੁਰ ਦੇ ਸੀ, ਜਾਂ ਕੋਈ ਬਹੁਤ ਸਾਰੀਆਂ ਹੋਰ ਸੰਸਥਾਵਾਂ ਵੀ ਹੈਗੀਆਂ ਨਾ, ਉਹ ਵੱਖਰੇ ਝੰਡੇ ਚੁੱਕ ਕੇ ਕਹਿੰਦੇ ਵੀ ਅਸੀਂ ਬਹੁਤ ਕਿਸਾਨਾਂ ਦੇ ਹਮਾਇਤੀ, ਆਪਣੇ ਇਲਾਕੇ 'ਚ ਵੀ ਕਾਫੀ ਗਰੁੱਪ ਬਾਜੇ ਹੈਗੇ ਆ? ਮੈਂ ਕਹਿੰਦਾ ਵੀ ਅੱਜ ਤੱਕ ਮੁਕਤਸਰ ਜ਼ਿਲ੍ਹੇ ਦੇ ਵਿੱਚੋਂ ਕਿਸੇ ਨੇ ਵੀ, ਭਾਵੇਂ ਉਹ ਕਾਦੀਆਂ ਗਰੁੱਪ ਹੋਵੇ, ਭਾਵੇਂ ਲਖੋਵਾਲ ਹੋਵੇ, ਭਾਵੇਂ ਕੋਈ ਹੋਵੇ, ਕਿਸੇ ਨੇ ਕੋਈ ਪਹਿਲ ਕਦਮੀ ਨਹੀਂ ਕੀਤੀ, ਕਿਸੇ ਵੀ ਜਥੇਬੰਦੀ ਨੇ। ਪਰ ਜਿੱਥੇ ਸਾਡੀ ਡਿਊਟੀ ਲੱਗੀ, ਭਾਵੇਂ ਉਹ ਸਾਨੂੰ ਰੋਡ ਜਾਮ ਦੀ ਲੱਗੀ, ਭਾਵੇਂ ਸਾਨੂੰ ਰੇਲਵੇ ਸਟੇਸ਼ਨਾਂ ਦੀ ਲੱਗੀ, ਅਸੀਂ ਉਸ ਡਿਊਟੀ ਨੂੰ, ਜਿੰਨੀ ਡਿਊਟੀ ਸਾਡੀ ਲੱਗੀ, ਅਸੀਂ ਉਹਦੇ ਤੋਂ ਵੱਧ ਕੰਮ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਮੈਸੇਜ ਪਹੁੰਚਾਇਆ, ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੋੜਿਆ, ਤੇ ਲੋਕਾਂ ਨੂੰ ਸਾਡੇ ਤੋਂ ਆਸ ਵੀ ਹੱਕ ਜਿਹੜੇ ਲੈ ਕੇ ਮੁੜਾਂਗੇ ਦਿੱਲੀ ਦੇ ਬਾਰਡਰਾਂ ਤੋਂ, ਐਂ ਖਾਲੀ ਨਹੀਂ ਮੁੜ ਕੇ ਆਵਾਂਗੇ। ਜੀ। ਤਾਂ ਇੱਕ ਹੋਰ ਗੱਲ, ਜਦੋਂ ਅਸੀਂ ਕੁਝ ਤਸਵੀਰਾਂ ਦੁਬਾਰੇ ਅਸੀਂ ਉਸੇ ਘਟਨਾ ਤੇ ਜਾਂਦੇ, ਜਦੋਂ ਬੀਜੇਪੀ ਵਿਧਾਇਕ ਦੀ ਕੁੱਟਮਾਰ ਹੋਈ, ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ, ਤਾਂ ਤੁਸੀਂ ਕੀ ਸੋਚਦੇ ਹੋ ਜਦੋਂ ਤਸਵੀਰਾਂ ਆਮ ਲੋਕਾਂ ਸਾਹਮਣੇ ਗਈਆਂ, ਉਹਦੇ ਕੱਪੜੇ ਫਟੇ ਹੋਏ ਆ, ਲੱਖਾਂ ਲੋਕਾਂ ਦਾ ਚੁਣਿਆ ਨੁਮਾਇੰਦਾ, ਤੁਹਾਨੂੰ ਲੱਗਦਾ ਵੀ
ਵਿਰੋਧ ਰੋ ਹੁੰਦਾ ਆ ਤਾਂ ਅਜਿਹੀਆਂ ਕਮ ਸੇ ਕਮ ਅਜਿਹੇ ਤਰੀਕੇ ਜਾਂ ਇਸ ਤਰ੍ਹਾਂ ਦੇ ਮਾਹੌਲ ਨਾ ਬਣੇ, ਕਿਸੇ ਵੀ ਤਰੀਕੇ ਨਾਲ ਨਾ ਸਿਰਜਿਆ ਜਾਵੇ ਕਿ ਸਾਨੂੰ ਵੀ ਕਈ ਵਾਰੀ ਜਿੱਦੇ ਸਾਡੇ ਪਰਿਵਾਰਾਂ ਦੇ ਵਿੱਚ ਫੋਟੋਆਂ ਸੋਸ਼ਲ ਮੀਡੀਆ ਤੇ ਆਉਣ ਤਾਂ ਇਹਦੇ ਨਾਲ ਸੰਘਰਸ਼ ਦੇ ਉੱਤੇ ਇੱਕ ਸਵਾਲ ਖੜਾ ਹੋ ਜਾਂਦਾ। ਦੇਖੋ ਜੀ, ਤਾਂ ਆਪ ਮੁਹਾਰੇ ਹੋ ਰਿਹਾ ਪੰਜਾਬ ਦੇ ਵਿੱਚ, ਕਿੱਧਰ ਨੂੰ ਜਾ ਰਿਹਾ ਪ੍ਰੋਟੈਸਟ, ਕਿੱਧਰ ਨੂੰ ਜਾ ਰਿਹਾ। ਇਹ ਅਸੀਂ ਕੋਈ ਮਨਸ਼ਾ ਰੱਖ ਕੇ ਨਹੀਂ ਗਏ ਸੀ ਵੀ ਉਹਦੇ ਕੱਪੜੇ, ਅਸੀਂ ਤਾਂ ਉਹਦਾ ਵਿਰੋਧ ਪ੍ਰੋਟੈਸਟ ਕਰਨ ਵਾਸਤੇ ਗਏ ਸੀ। ਪਰੰਤੂ ਜਦੋਂ ਉਸ ਵਿਅਕਤੀ ਨੇ, ਉਸ ਐਮਐਲਏ ਨੇ ਇਹ ਗੱਲ ਆਪਦੇ ਮਨ 'ਚ ਭਾਵਨਾ ਵਾਲਾ ਧੌਣ 'ਚ ਕਿਲਾ ਰੱਖ ਗੱਡ ਲਿਆ ਵੀ ਮੈਂ ਐਮਐਲਏ ਆ, ਪਰ ਲੋਕਾਂ ਨੇ ਜਿਸ ਕੰਮ ਵਾਸਤੇ ਚੁਣਿਆ ਉਹਨੇ ਕੋਈ ਇੱਕ ਵੀ ਕੰਮ ਉਹੋ ਜਿਹਾ ਲੋਕਾਂ ਦੀ ਭਾਵਨਾ ਨੂੰ ਰੱਖ ਕੇ ਕੀਤਾ। ਉਹਨਾਂ ਨੇ ਤਾਂ ਸਿਰਫ ਇਕੱਲੇ ਐਮਪੀ ਐਮਐਲਏ ਦੀ ਮਾਮਲੇ ਤੋਂ, ਮੈਂ ਥੋੜ੍ਹਾ ਜਿਹਾ ਇਸ ਮੁੱਦੇ ਤੋਂ ਬਾਹਰ ਦੀ ਵੀ ਗੱਲ ਕਰ ਦੇਵਾਂ। 117 ਐਮਐਲਏ ਨੇ, 13 ਐਮਪੀ ਨੇ। ਅੱਜ ਇਹ ਦੇਸ਼ ਦਾ ਢੰਡੋਰਾ ਪਿੱਟ ਰਹੀਆਂ ਸਾਡੀਆਂ ਸਰਕਾਰਾਂ। ਕਿਸੇ ਐਮਐਲਏ ਕਿਸੇ ਐਮਪੀ ਨੇ ਤਨਖਾਹ ਜਾਂ ਪੈਨਸ਼ਨ ਛੱਡੀ ਹੈ? ਜੇਕਰ ਲੋਕਾਂ ਦੇ ਭਲੇ ਦੇ ਨਾਲ ਚੁਣੇ ਹੁੰਦੇ, ਲੋਕਾਂ ਦੇ ਹੱਕ 'ਚ ਖੜਨ ਹੋਣ, 117 ਦੇ 17 ਛੱਡਣ ਤੇ ਜੋ ਕਹਿਣਗੇ ਅਸੀਂ ਇਹਨਾਂ ਨਾਲ ਕਰਾਂਗੇ। ਪਰੰਤੂ ਉਸ ਗੱਲ ਤੋਂ ਵੀ ਸਰਕਾਰ ਭੱਜ ਰਹੀ, ਸਰਕਾਰ ਦੇ ਪੱਲੇ ਹੀ ਕੱਖ ਨਹੀਂ। ਸਰਕਾਰ ਸਿਰਫ ਪੜ੍ਹਾਈ ਸਾਡੀ ਬੰਦ ਕਰ ਰਹੀ, ਸਾਡੀ ਸਿਹਤ ਸਹੂਲਤ ਬੰਦ ਕਰ ਰਹੀ, ਕਿ ਸ਼ਰਾਬ ਦੇ ਠੇਕੇ ਖੋਲ੍ਹ ਰਹੀ। ਕੋਈ ਸ਼ਰਾਬ ਪੀ ਕੇ ਲੋਕ ਮਰ ਰਹੇ ਨੇ, ਬਿਮਾਰੀ ਨਾਲ ਨਹੀਂ ਮਰਨਗੇ, ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ। ਬਿਲਕੁਲ, ਬੜੀ ਵਜਨਦਾਰ ਜਿਹੜੀ ਗੱਲ ਸੁਖਦੇਵ ਸਿੰਘ ਨੇ ਕੀਤੀ ਆ ਵੀ ਕਿਹੜੇ ਵਿਧਾਇਕ ਨੇ, ਕਿਹੜੇ ਸੰਸਦ ਨੇ, ਅੱਜ ਕਰੋਨਾ ਦਾ ਦੌਰ ਹੈ ਜਦੋਂ ਕਿਸਾਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਦਿੱਲੀ ਤੇ ਬੈਠੇ ਕਿਸਾਨਾਂ ਨੇ ਵੀ ਕਿਹਾ, ਬਾਰਡਰਾਂ ਤੇ ਬੈਠਿਆਂ ਨੇ ਵੀ ਅਸੀਂ ਗੁਰੂ ਕਾ ਲੰਗਰ ਦੇਵਾਂਗੇ, ਅਸੀਂ ਇਹਨਾਂ ਨੂੰ ਆਪਣਾ ਖੂਨ ਵੀ ਦਾਨ ਕਰਾਂਗੇ, ਇਹਨਾਂ ਨੂੰ ਅਸੀਂ ਜਿਹੜੇ ਆ ਇਹਨਾਂ ਨੂੰ ਸੈੱਲ ਵੀ ਆਪਣੇ ਬਲੱਡ ਦੇ ਵਿੱਚੋਂ ਜਿਹੜੇ ਪਲਾਜ਼ਮਾ ਵਗੈਰਾ ਦਾਨ ਕਰਾਂਗੇ, ਆਕਸੀਜਨ ਵੀ ਦੇਵਾਂਗੇ, ਸਭ ਕੁਝ ਦੇਵਾਂਗੇ। ਪਰ ਕਿਹੜਾ ਵਿਧਾਇਕ, ਕਿਹੜਾ ਸੰਸਦ ਜਿਹੜਾ ਸੰਵਿਧਾਨ ਦੀਆਂ ਸੌਹਾਂ ਖਾ ਕੇ ਉਦੋਂ ਜਿਹੜੇ ਕਿ ਵਾਅਦੇ ਕਰਦੇ ਪਏ ਅਸੀਂ ਲੋਕਾਂ ਦੇ ਭਲੇ ਵਾਸਤੇ, ਦੇਸ਼ ਦੇ ਹਿੱਤਾਂ ਵਾਸਤੇ ਲੜਾਂਗੇ, ਆਖਰੀ ਸਾਹ ਤੱਕ ਲੜਾਂਗੇ, ਤਾਂ ਉਹ ਮਹਿਜ਼ ਸਿਰਫ ਉਹਦੇ ਪਿੱਛੇ ਕੋਈ ਇਮਾਨਦਾਰੀ ਨਹੀਂ ਹੈਗੀ। ਸਾਡੇ ਨਾਲ ਕੁਝ ਹੋਰ ਵੀ ਕਿਸਾਨ ਲੀਡਰ ਮੌਜੂਦ ਨੇ। ਤੁਹਾਡੀ ਵੀ ਕੱਲ੍ਹ ਹੀ ਰਿਹਾਈ ਹੋਈ ਹੈ ਜੀ? ਨਹੀਂ ਜੀ, ਇਹ ਨਹੀਂ, ਮੈਂ ਨਹੀਂ ਸੀ ਸਰ। ਤੁਹਾਡਾ ਨਾਮ ਪਰਚੇ 'ਚ ਨਹੀਂ ਸੀ ਨਹੀਂ ਸੀ। ਜੀ, ਤਾਂ ਤੁਹਾਨੂੰ ਕੀ ਲੱਗਦਾ, ਤੁਸੀਂ ਵੀ ਇਸੇ ਜਥੇਬੰਦੀ ਦੇ ਮੈਂਬਰ ਹੋ, ਤਾਂ ਬੀਜੇਪੀ ਦੇ ਵਾਸਤੇ ਆਉਣ ਵਾਲਾ ਸਿਆਸੀ ਸਮਾਂ ਪੰਜਾਬ ਦੇ ਵਿੱਚ ਕਿੰਨਾ ਔਖਾ ਹੋ ਸਕਦਾ? ਕਿਉਂਕਿ ਅੱਜ ਜਦੋਂ ਚੈਲੰਜ ਕਰਕੇ ਉਹਨਾਂ ਨੇ ਇੱਕ ਪ੍ਰੋਗਰਾਮ ਮਲੋਟ ਕੀਤਾ, ਤੁਹਾਡੀ ਜਥੇਬੰਦੀ ਨੇ ਬੜੀ ਤਿੱਖੀ ਵਿਰੋਧਤਾ ਕੀਤੀ ਔਰ ਵਿਰੋਧ ਦਾ ਸਾਹਮਣਾ ਉਹਨੂੰ ਕਰਨਾ ਪਿਆ। ਆਉਣ ਵਾਲਾ ਸਮਾਂ ਬੀਜੇਪੀ ਦੇ ਵਾਸਤੇ, ਜਿਹੜੀ ਕਹਿੰਦੀ ਸੀ ਵੀ ਅਸੀਂ 2022 'ਚ ਇਕੱਲਿਆਂ ਚੋਣ ਲੜਨ ਦਾ ਦਾਅਵਾ ਕਰਦੇ ਸੀ, ਕਿੱਦਾਂ ਸੌਖਾ ਉਹਨਾਂ ਵਾਸਤੇ ਕੰਮ ਹੈ? ਸੌਖਾ ਔਖਾ ਸਾਨੂੰ ਨਹੀਂ ਪਤਾ। ਜੋ ਸਾਨੂੰ ਪੰਜਾਬ ਦਾ, ਸਾਨੂੰ ਜਿਹੜਾ ਆਪਣਾ ਜਗਜੀਤ ਸਿੰਘ ਡੱਲੇਵਾਲਾ, ਉਹ ਹੀ ਡਟ ਕੇ ਵਿਰੋਧ ਕਰਾਂਗੇ ਇਹਨਾਂ ਸਾਰਿਆਂ ਦਾ, ਜਿੰਨਾ ਵੀ ਹੋ ਸਕਿਆ। ਅਸੀਂ ਇਹਨਾਂ ਨੂੰ ਟੇਕੇ ਨਹੀਂ ਪੈਣ ਦੇਵਾਂਗੇ ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਵਾਪਸ ਨਹੀਂ ਕਰਦੇ। ਜੀ, ਤਾਂ ਵਿਰੋਧਤਾ ਜਿਹੜੀ ਹੈ ਲਗਾਤਾਰ ਉਹ ਜਾਰੀ ਰਹੂਗੀ, ਬੀਜੇਪੀ ਦੀ ਵਿਰੋਧਤਾ ਜਾਰੀ ਰਹੂਗੀ। ਨਿਰਮਲ ਸਿੰਘ ਮੌਜੂਦ ਨੇ ਸਾਡੇ ਨਾਲ, ਜਿਹੜੇ ਉੱਥੇ ਦਿੱਲੀ ਸਿੰਘੂ ਟਿੱਕਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ, ਉਹ ਵੀ ਮੌਜੂਦ ਨੇ। ਤਾਂ ਅੱਜ ਜਿਹੜਾ ਇੱਕ ਖਾਸ ਪ੍ਰੋਗਰਾਮ 8 ਮਈ ਨੂੰ ਰੱਖਿਆ ਹੋਇਆ ਸੀ, ਜਿਹੜਾ ਕਰੋਨਾ ਕਾਲ ਦੇ ਵਿੱਚ ਤਾਲਾਬੰਦੀ ਆ ਉਹਦੀ ਵਿਰੋਧਤਾ ਕੀਤੀ ਜਾਊਗੀ, ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧਤਾ ਕੀਤੀ ਜਾਊਗੀ। 32 ਜਥੇਬੰਦੀ ਨੇ ਐਲਾਨ ਕੀਤਾ ਸੀ, ਪਰ ਅੱਜ ਬਾਜ਼ਾਰ ਜਿਹੜਾ ਬੰਦ ਪਿਆ, ਬਾਜ਼ਾਰ ਖੁਲਵਾ ਨਹੀਂ ਸਕੇ। ਕੀ ਕਾਰਨ ਸੀ, ਉਹਨਾਂ ਤੇ ਵੀ ਚਰਚਾ ਕਰਾਂਗੇ ਔਰ ਥੋੜੀ ਜਿਹੀ ਗੱਲ ਜਾਣਕਾਰੀ ਜਾਂਦੇ ਕੇਸ ਦੀ ਲਵਾਂਗੇ। ਜਸਣਾ ਸਾਹਿਬ, ਤੁਸੀਂ ਪ੍ਰੈਸ ਨੋਟ ਜਾਰੀ ਕੀਤਾ 32 ਜਥੇਬੰਦੀਆਂ ਨੇ ਵੀ ਪੰਜਾਬ ਅਸੀਂ ਖਿਲਾਵਾਂਗੇ ਜੀ। ਤਾਲਾਬੰਦੀ ਦੇ ਵਿੱਚ ਲੋਕ ਬਹੁਤ ਆਰਥਿਕ ਤੌਰ ਤੇ ਡਾਊਨ ਨੇ, ਪਰ ਬਿਮਾਰੀ ਵੀ ਬਹੁਤ ਖਤਰਨਾਕ ਆ, ਮਹੱਲੇ ਬਿਮਾਰੀ ਵੜ ਚੁੱਕੀ ਆ। ਤਾਂ ਤੁਹਾਡਾ ਉਹ ਜਿਹੜਾ ਫੈਸਲਾ ਸੀ ਉਹ ਫੇਲ ਹੁੰਦਾ ਜਾਪਦਾ? ਨਹੀਂ, ਵੇਖੋ ਜੀ, ਫੈਸਲਾ ਫੇਲ ਨਹੀਂ ਹੋਇਆ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਬੁਲਾਵਾਂ, ਜਿੰਨੇ ਵੀ ਵੀਰ ਇਸ ਮਾਧਿਅਮ ਰਾਹੀਂ ਜੁੜੇ ਹੋਏ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਅਸੀਂ ਪ੍ਰੋਗਰਾਮ ਦਿੱਤਾ ਸੀ ਸੰਯੁਕਤ ਮੋਰਚੇ ਨੇ, ਤਾਂ ਵਪਾਰ ਮੰਡਲ ਨਾਲ ਸਾਡੀਆਂ ਗੱਲਾਂ ਹੁੰਦੀਆਂ ਸੀ, ਵਾਰ-ਵਾਰ ਮੀਟਿੰਗਾਂ ਹੁੰਦੀਆਂ ਸੀ ਵੀ ਭਾਈ ਸਾਡੀ ਮਦਦ ਕਰੋ। ਤਾਂ ਜਦੋਂ ਅਸੀਂ ਪ੍ਰੋਗਰਾਮ ਦਿੱਤਾ ਵੀ 8 ਨੂੰ ਅਸੀਂ ਖਿਲਾਵਾਂਗੇ ਮਾਰਚ ਕਰਕੇ, ਤੇ ਨਾਲ ਦੀ ਨਾਲ ਜਿਹੜੀ ਪੰਜਾਬ ਸਰਕਾਰ ਆ ਝੁੱਕ ਕੇ ਉਹਨਾਂ ਨੇ ਵਪਾਰ ਮੰਡਲ ਨਾਲ ਇਹ ਗੱਲ ਕਰ ਲਈ ਵੀ 9 ਤੋਂ ਲੈ ਕੇ 3 ਵਜੇ ਤੱਕ ਆ ਜਿਹੜਾ ਬਾਜ਼ਾਰ ਖੁੱਲ੍ਹੇ ਰਹਿਣਗੇ। ਇਸ ਕਰਕੇ ਜਿਹੜਾ ਅੱਜ ਅਸੀਂ ਵੱਡੇ ਇਕੱਠ ਨਹੀਂ ਕੀਤੇ, ਤਾਂ ਵਪਾਰ ਮੰਡਲ ਨੇ ਸਰਕਾਰ ਨਾਲ ਇਹ ਤੈਅ ਕਰ ਲਿਆ ਵੀ ਸਾਨੂੰ ਜਿਹੜਾ ਜਿੰਨਾ ਤੁਸੀਂ ਟਾਈਮ ਦਿੱਤਾ ਉਹਨਾਂ ਮਨਜ਼ੂਰ ਆ। ਤੇ ਸਾਡੀ ਵਪਾਰ ਮੰਡਲ ਨਾਲ ਗੱਲ ਹੋ ਗਈ ਵੀ ਆਪਾਂ ਹੁਣ ਕੀ ਕਰੀਏ, ਤੇ ਵਪਾਰ ਮੰਡਲ ਨੇ ਇਹ ਕਹਿਤਾ ਵੀ ਸਾਨੂੰ ਸਰਕਾਰ ਦੀ ਜਿਹੜੀ ਹਦਾਇਤ ਆ ਗਈ ਹੈ, ਸਰਕਾਰ ਨੇ ਜਿਹੜੀ ਸਾਡੀ ਮੰਗ ਮੰਨ ਲਈ ਆ, ਅਸੀਂ ਇਹਦੇ ਨਾਲ ਸੰਤੁਸ਼ਟ ਆ। ਤੇ ਹੁਣ ਆਪਾਂ ਨੂੰ ਜਿਹੜਾ ਹੈਗਾ ਰੋਸ ਮਾਰਚ ਨਹੀਂ ਕਰਨਾ ਚਾਹੀਦਾ, ਜਾਂ ਸਾਨੂੰ ਮੁਕਤਸਰ ਸ਼ਹਿਰ ਦੇ ਵਿੱਚ ਕਿਤੇ ਵੀ ਜਬਰੀ ਦੁਕਾਨਾਂ ਨਹੀਂ ਖਲਾਉਣੀਆਂ ਚਾਹੀਦੀਆਂ। ਤਾਂ ਅਸੀਂ ਸਹਿਮਤ ਤੁਹਾਡੇ ਨਾਲ, ਤੁਹਾਡਾ ਅਸੀਂ ਨੁਕਸਾਨ ਨਹੀਂ ਦੇ ਸਕਦੇ। ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਸੀ ਤੇ ਸਰਕਾਰ ਨੇ ਮੰਗ ਨੂੰ ਮੰਨ ਲਿਆ, ਤੁਹਾਡਾ ਵਿਰੋਧ ਵੇਖ ਕੇ ਸਾਡੇ ਵਿਰੋਧ ਦੀ ਜਿੱਤ ਹੋਈ ਹੈ। ਇਹ ਜਦੋਂ ਪੂਰਨ ਲੋਕਡਾਊਨ ਸੀ, ਸਰਕਾਰ ਕਹਿੰਦੀ ਸੀ 15 ਤੱਕ ਅਸੀਂ ਕੋਈ ਦੁਕਾਨ ਨਹੀਂ ਖੁੱਲ੍ਹਣ ਦੇਣੀ, ਤਾਂ ਉਸੇ ਸਰਕਾਰ ਨੇ ਆਪ ਕੱਲ੍ਹ ਸ਼ਾਮ ਨੂੰ ਫੈਸਲਾ ਦਿੱਤਾ ਵੀ ਅਸੀਂ 9 ਤੋਂ 3 ਵਜੇ ਤੱਕ ਦੁਕਾਨਾਂ ਖੋਲ੍ਹਾਂਗੇ। ਤਾਂ ਫਿਰ ਸਾਡਾ ਨਹੀਂ ਸੀ ਬਣਦਾ ਵੀ ਅਸੀਂ ਵਪਾਰ ਮੰਡਲ ਦੇ ਕਹੇ ਤੋਂ ਬਾਹਰ ਜਾਈਏ, ਕਿਉਂਕਿ ਜਿਨ੍ਹਾਂ ਵਾਸਤੇ ਅਸੀਂ ਕਰਨਾ
ਜੇ ਉਹਨਾਂ ਨੂੰ ਅੱਧੀ ਮੰਗ ਮਨਜ਼ੂਰ ਆ ਤਾਂ ਫਿਰ ਅਸੀਂ ਜਿਹੜੇ ਸਪੋਰਟਰ ਆ ਉਹ ਨਹੀਂ ਨਾ ਕਰ ਸਕਦੇ। ਇਸ ਕਰਕੇ ਅਸੀਂ ਜਿਹੜਾ ਕੋਈ ਸ਼ਹਿਰ 'ਚ ਮਾਰਚ ਵਗੈਰਾ ਨਹੀਂ ਕੱਢਿਆ। ਤਾਂ ਅਸੀਂ ਕੀ ਪਰ ਕਹਿ ਹੋਈ ਸਕਦੇ ਹਾਂ ਫਿਰ ਵੀ ਵੀ ਜਿਹੜਾ ਕਿਸਾਨ ਜਿਹੜੇ ਕਿਸਾਨਾਂ ਦੇ ਫੈਸਲੇ ਕੀਤੇ ਗਏ ਜਾਂ ਕਿਸਾਨਾਂ ਵੱਲੋਂ ਚੁੱਕੇ ਗਏ ਜਿਹੜੇ ਕਦਮ ਆ ਉਹ ਸਰਕਾਰਾਂ ਨੂੰ ਝੁਕਾਉਣ ਦੇ ਵਾਸਤੇ ਇਸ ਵਕਤ ਉਹ ਸਹਾਈ ਹੋ ਰਹੇ ਨੇ, ਕਿਉਂਕਿ ਜਿਹੜੀ ਸਰਕਾਰ ਕੈਪਟਨ ਸਾਹਿਬ ਕਹਿੰਦੇ ਸੀ ਵੀ ਇਹ ਤਾਂ ਟਸ ਤੋਂ ਮਸ ਨਹੀਂ ਹੋਣਾ ਜੀ, ਇਕੱਲੇ ਠੇਕੇ ਖੁੱਲਣਗੇ ਜਾਂ ਕੁਝ ਜ਼ਰੂਰੀ ਵਸਤੂ, ਸਭ ਤੋਂ ਜ਼ਰੂਰੀ ਸ਼ਰਾਬ ਹੀ ਉਹਨਾਂ ਦੀ ਨਿਗਾਹ ਦੇ ਵਿੱਚ ਉਹ ਖੋਲਤੀ ਹੈਗੀ ਹੈ ਨਾ। ਤਾਂ ਕਿਸਾਨਾਂ ਨੇ ਬਾਕੀਆਂ ਨੂੰ ਵੀ ਰੁਜ਼ਗਾਰ ਜੋਗੇ ਕਰਤਾ ਵੀ ਬਾਕੀ ਤੁਸੀਂ ਵੱਡਾ ਫੈਸਲਾ ਲਿਆ, ਸਰਕਾਰ ਨੂੰ ਆਖਿਰ ਫੈਸਲਾ ਲੈਣਾ ਪਿਆ ਵੀ ਹਾਂ 4 ਘੰਟੇ 3 ਘੰਟੇ ਇੱਕ ਸਾਈਡ ਖੋਲ੍ਹ ਲਓ, ਔਡ ਈਵਨ ਤੱਕ ਬਹੁਤ ਸਾਰੇ ਵੱਖਰੇ ਵੱਖਰੇ ਡੀਸੀ ਸਾਹਿਬਾਨ ਦੇ ਫੈਸਲੇ ਆਏ ਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਹੈਗੇ ਆ ਇਸ ਤਰ੍ਹਾਂ ਦੀਆਂ ਕੁਝ ਵੱਖਰੇ ਐਲਾਨ ਕਰ ਸਕਦੇ ਜਿਨ੍ਹਾਂ ਸਰਕਾਰਾਂ ਨੂੰ ਆਪਦੇ ਜਿਹੜੇ ਸਖਤ ਬਿਆਨ ਕਈ ਵਾਰੀ ਕੁਝ ਇੱਕ ਤਰਫਾ ਹੀ ਹੋ ਜਾਂਦੇ ਨੇ ਫੈਸਲੇ ਵੀ ਬਸ ਕਹਿਤਾ ਸੋ ਕਹਿਤਾ ਜੀ। ਇਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਪ੍ਰਭਾਵ ਪੈ ਸਕਦੇ ਫੈਸਲੇ? ਹਾਂ ਵੇਖੋ, ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਅੱਜ, ਜਿਹੜਾ ਮੋਰਚਾ ਲੱਗਿਆ ਹੋਇਆ, ਇਹ ਇਕੱਲੇ ਕਿਸਾਨ ਦਾ ਮੋਰਚਾ ਨਹੀਂ, ਪੂਰੇ ਦੇਸ਼ ਦੇ ਲੋਕਾਂ ਦੇ ਢਿੱਡ ਦਾ ਮੋਰਚਾ, ਰੋਟੀ ਦਾ ਮੋਰਚਾ ਹੈ। ਤਾਂ ਉਹਦੇ ਵਿੱਚ ਛੋਟੇ ਜਿਹੜੇ ਹੈਗੇ ਆ ਦੁਕਾਨਦਾਰ ਆ, ਛੋਟੇ ਮਜ਼ਦੂਰ ਆ, ਉਹਨਾਂ ਦੇ ਪੇਟ ਦੀ ਗੱਲ ਵੀ ਕਰਨੀ ਪੈਂਦੀ ਹੈ। ਤਾਂ ਜਿਵੇਂ ਅਸੀਂ ਪਹਿਲਾਂ ਸਾਡੀਆਂ ਜਥੇਬੰਦੀਆਂ ਮੌਲਾਂ ਤੇ ਬੈਠੀਆਂ, ਵੱਡੇ ਕੋਆਪਰੇਟ ਘਰਾਣਿਆਂ ਦੇ ਟੋਲ ਪਲਾਜ਼ੇ ਅਸੀਂ ਬੰਦ ਕੀਤੇ ਹੋਏ ਆ, ਰਿਲਾਇੰਸ ਵਰਗਿਆਂ ਦੇ ਜਿਹੜੇ ਗਡਾਊਨ ਸੀ ਉਹ ਨਹੀਂ ਖੁੱਲ੍ਹਣ ਦਿੱਤੇ, ਤਾਂ ਅੱਗੇ ਵੀ ਸਾਡਾ ਇਹੀ ਪ੍ਰੋਸੈਸ ਰਹੂਗਾ। ਇਸੇ ਤਰੀਕੇ ਨਾਲ ਅਸੀਂ ਕੰਮ ਕਰਦੇ ਰਵਾਂਗੇ ਵੀ ਕਮ ਸੇ ਕਮ ਵਪਾਰ ਲੈਣ ਇਸ ਤਰੀਕੇ ਦੀ ਹੋਵੇ ਜਿਹਦੇ 'ਚੋਂ ਸਾਰੇ ਲੋਕ ਰੋਟੀ ਖਾ ਸਕਣ। ਵਪਾਰ ਲੈਣ ਆ ਜਿਹੜੀ ਨਿੱਕਾ ਬਾਜ਼ਾਰ ਆ ਜਿਹੜਾ ਪਰਚੂਨ ਦਾ ਜਾਂ ਨਿੱਕਾ ਲੇਬਰ ਯੂਨੀਅਨ ਆ, ਉਹ ਇਵੇਂ ਚੱਲਦੀਆਂ ਰਹਿਣ, ਕਿਤੇ ਕੋਆਪਰੇਟ ਦੇ ਹੱਥਾਂ 'ਚ ਨਾ ਸਾਰਾ ਕੁਝ ਆ ਜੇ ਵੀ ਲੋਕਾਂ ਨੂੰ ਤਣ ਦੇ ਕੱਪੜੇ ਵੀ ਨਾ ਮਿਲਣ। ਬਸ ਜੇ ਕੰਮ ਕਰੋਗੇ ਤਾਂ ਰੋਟੀ ਮਿਲੂਗੀ, ਜਿਹੜਾ ਕੰਮ ਕਰੂਗਾ ਉਸੇ ਨੂੰ ਰੋਟੀ ਮਿਲੂਗੀ, ਬਾਕੀ ਟੱਬਰ ਭੁੱਖਾ ਮਰੂਗਾ। ਇਹ ਗੱਲ ਨੂੰ ਅਸੀਂ ਅੱਗੇ ਤੋਂ ਵੀ ਇਵੇਂ ਲੜਦੇ ਰਵਾਂਗੇ। ਸਾਡੀ ਜਿਹੜੀ ਇਨਸਾਨੀਅਤ ਦੀ ਲੜਾਈ ਆ, ਜ਼ੁਲਮ ਦੇ ਖਿਲਾਫ ਇਨਸਾਨੀਅਤ ਦੀ ਲੜਾਈ ਅਸੀਂ ਲੜਦੇ ਰਹਾਂਗੇ। ਤਾਂ ਜਿਹੜਾ ਕੈਪਟਨ ਸਾਹਿਬ ਦਾ ਪਰਸੋਂ ਚੌਥ ਵੀ ਇੱਕ ਬਿਆਨ ਆਇਆ ਵੀ ਜਿਹੜੇ ਮਾਲ ਦੇ ਬਾਹਰ ਔਰ ਹੋਰ ਕਈ ਥਾਈਂ ਕਿਸਾਨ ਬੈਠੇ ਆ ਉਹ ਉੱਠ ਕੇ ਚਲੇ ਜਾਓ, ਉਹ ਥਾਵਾਂ ਖਾਲੀ ਕਰ ਦਿਓ। ਉਹ ਤੁਹਾਨੂੰ ਕੀ ਲੱਗਦਾ ਵੀ ਕੈਪਟਨ ਸਾਹਿਬ ਨੂੰ ਤੁਹਾਡੀ ਚਿੰਤਾ ਜਾਂ ਉਹਨਾਂ ਮਹੱਲਾ ਵਾਲਿਆਂ ਦੀ ਚਿੰਤਾ, ਉਹਦੇ ਪਿੱਛੇ ਕੀ ਕਾਰਨ ਕਹਿ ਸਕਦੇ ਹੋ? ਵੇਖੋ ਜੀ, ਜਿਹੜੇ ਮਾਲਾਂ ਤੇ ਬੈਠੇ ਆ ਉਹ ਇੱਕ ਜਥੇਬੰਦੀ ਦੇ ਲੋਕ ਆ, ਕਿਉਂਕਿ ਅਸੀਂ ਸੰਯੁਕਤ ਮੋਰਚੇ 'ਚ ਕੰਮ ਕਰਦੇ ਹਾਂ। ਸਿੱਧੂਪੁਰ ਜਥੇਬੰਦੀ ਉਹ ਇੱਕ ਜਥੇਬੰਦੀ ਦੇ ਲੋਕ ਆ। ਉਹ ਸੰਯੁਕਤ ਮੋਰਚੇ ਨਾਲ ਬਾਹਰੋਂ ਸਪੋਰਟ ਕਰ ਰਹੇ ਆ, ਨਾ ਕਿ ਸਾਡੇ ਨਾਲ ਆ, ਤੇ ਉਹ ਉਹਨਾਂ ਦਾ ਫੈਸਲਾ ਮੋਲਾਂ ਤੇ ਬੈਠਣਾ। ਵੈਸੇ ਅਸੀਂ ਇਹ ਆਨੇ ਆ ਵੀ ਜਿੱਥੇ ਵੀ ਕੋਆਪਰੇਟ ਜ਼ਿਆਦਾ ਉਤਸ਼ਾਹਤ ਹੋਊਗਾ, ਸਰਕਾਰ ਕੋਆਪਰੇਟ ਦੇ ਹੱਥਾਂ 'ਚ ਜ਼ਿਆਦਾ ਕੰਮ ਦੇਊਗੀ, ਉੱਥੇ ਅਸੀਂ ਵਿਰੋਧ ਕਰਾਂਗੇ। ਜੀ। ਤਾਂ ਜਾਂਦੇ ਜਾਂਦੇ ਅਸੀਂ ਮੁੜ ਤੋਂ ਤੁਹਾਡੇ ਨਾਲ ਇਹ ਪੁੱਛਣਾ ਚਾਹੁੰਦੇ, ਤੁਹਾਡੀ ਵੀ ਕੱਲ ਜਿਹੜੀ ਆ ਉਹ ਰਿਹਾਈ ਹੋਈ ਆ ਜੇਲ੍ਹ ਦੇ ਵਿੱਚੋਂ। ਜਿਹੜਾ ਮਲੋਟ ਉਹ ਬੀਜੇਪੀ ਵਿਧਾਇਕ ਦੀ ਵਿਰੋਧਤਾ ਸੀ, ਗੁੱਸੇ ਦਾ ਸ਼ਿਕਾਰ ਹੋਣਾ ਪਿਆ, ਕੱਪੜੇ ਪਟੇ ਬਹੁਤ ਜ਼ਿਆਦਾ, ਜਿਹੜੀ ਉਹ ਬੇਇੱਜ਼ਤੀ ਵੀ ਹੋ ਗਈ ਉਹਨਾਂ ਦੀ। ਤਾਂ ਕੀ ਲੱਗਦਾ ਪੰਜਾਬ ਦੇ ਵਿੱਚ ਆਉਣ ਵਾਲਾ ਸਿਆਸੀ ਭਵਿੱਖ ਸਿਆਸੀ ਲੋਕਾਂ ਦਾ, ਖਾਸ ਕਰਕੇ ਬੀਜੇਪੀ ਦਾ ਕੀ ਹੋ ਸਕਦਾ ਹੈ ਜੇ ਖੇਤੀ ਮਸਲਾ, ਖੇਤੀ ਕਾਨੂੰਨ ਹੱਲ ਨਾ ਹੋਏ? 5-7 ਮਹੀਨੇ ਰਹਿ ਗਏ ਆ, ਕਰੋਨਾ ਕਾਲ ਥੋੜਾ ਮੱਠਾ ਹੋਊਗਾ ਤਾਂ ਵੋਟਾਂ ਦੇ ਢੋਲ ਵੱਜਣੇ ਸ਼ੁਰੂ ਹੋ ਗਏ ਆ। ਸਿਆਸੀ ਰੈਲੀਆਂ ਤਾਂ ਲੀਡਰ ਕਰ ਹੀ ਰਹੇ ਸੀ, ਹੁਣ ਆਖਿਰ ਨੂੰ ਜਿਹੜਾ ਉਹ ਰੋਕਣੀਆਂ ਪਈਆਂ। ਕੀ ਲੱਗਦਾ ਸਿਆਸੀ ਭਵਿੱਖ ਬੀਜੇਪੀ ਦਾ ਕਿਹੋ ਜਿਹਾ ਹੋ ਸਕਦਾ? ਕੀ ਬਹੁਤ ਸਾਰੇ ਵਿਧਾਇਕਾਂ ਨੂੰ ਇਸ ਤਰ੍ਹਾਂ ਕੱਪੜੇ ਪੜਵਾਉਣੇ ਪੈਣਗੇ ਜਾਂ ਆਖਿਰ ਉਹਨਾਂ ਨੂੰ ਫੈਸਲੇ ਬਦਲਣੇ ਪੈਣਗੇ ਪੰਜਾਬ ਦੇ ਮਾਹੌਲ ਨੂੰ ਦੇਖਦਿਆਂ ਹੋਇਆਂ? ਇਕੱਲੀ ਬੀਜੇਪੀ ਦਾ ਨਹੀਂ, ਜਿੰਨੇ ਵੀ ਸਿਆਸੀ ਇਦੋਂ ਪਹਿਲਾਂ ਸੱਤਾ 'ਚ ਆਏ ਆ, ਉਹਨਾਂ ਦਾ ਇਹ ਕੀਤਾ ਕਰਾਏ ਜੋ ਅਸੀਂ ਅੱਜ ਬਾਰਡਰਾਂ ਤੇ ਬੈਠੇ ਘਰ ਛੱਡ ਕੇ, ਸਾਡੇ ਨਿੱਕੇ ਨਿੱਕੇ ਬੱਚੇ, ਸਾਡੀਆਂ ਮਾਵਾਂ, ਸਾਡੇ ਬਜ਼ੁਰਗ 5 ਮਹੀਨਿਆਂ ਤੋਂ ਬੈਠੇ ਆ, 3 ਮਹੀਨਿਆਂ ਤੋਂ ਅਸੀਂ ਰੇਲਾਂ ਤੇ ਰੁਲੇ ਆ। ਸਾਡੇ ਜਿਹੜੇ ਮਜ਼ਦੂਰ ਆ ਉਹ ਬਹੁਤ ਰੁਲੇ ਆ। ਜੇ ਇਹੋ ਜਿਹੇ ਹਾਲਾਤ ਆਉਂਦੇ, ਮਜ਼ਦੂਰਾਂ ਦਾ ਬਹੁਤ ਬੁਰਾ ਹਾਲ ਆ, ਕਿਸਾਨਾਂ ਦਾ ਬਹੁਤ ਬੁਰਾ ਹਾਲ ਆ। ਗੱਲ ਇੱਥੇ ਆ ਗਈ ਵੀ ਸਾਡੀ ਥਾਲੀ ਦੀ ਰੋਟੀ ਹੈ ਜਿਹੜੀ ਚੱਕੀ ਜਾਊਗੀ, ਹੈ ਨਾ। ਤਾਂ ਚੱਕੀ ਕਿਹਨਾਂ ਦੇ ਕਾਰਨ ਜਾਊਗੀ? ਇਹਨਾਂ ਸਿਆਸੀ ਲੋਕਾਂ ਦੇ। 70 ਸਾਲਾਂ ਦੇ ਵਿੱਚ ਜਿਹੜੀ ਵੀ ਸਿਆਸੀ ਪਾਰਟੀ ਨੇ ਸੱਤਾ ਦਾ ਨਿੱਘ ਮੰਨ ਲਿਆ, ਜਿਹੜਾ ਅੱਜ ਫਾਂਸੀ ਦਾ ਰੱਸਾ ਸਾਡੇ ਗਲ 'ਚ ਪਿਆ ਹੈ, ਤਾਂ ਉਹਨੂੰ ਵੱਟ ਤਾਂ ਉਹਨਾਂ ਨੇ ਦਿੱਤਾ ਹੀ ਆ, ਚਾਹੇ ਬੀਜੇਪੀ ਆ, ਚਾਹੇ ਕਾਂਗਰਸ ਆ, ਚਾਹੇ ਅਕਾਲੀ ਦਲ ਵਾਲੇ ਆ। ਇਹਨਾਂ ਸਾਰਿਆਂ ਨੇ ਉਸ ਰੱਸੇ ਨੂੰ ਵੱਟ ਦਿੱਤਾ। ਤਾਂ ਫਿਰ ਜਿਹੜੇ ਸਾਡੀ ਫਾਂਸੀ ਦਾ ਰੱਸਾ ਵੱਟਣ ਦੇ ਵਿੱਚ ਹਿੱਸੇਦਾਰ ਆ, ਬਖਸ਼ਾਂਗੇ ਕਿਸੇ ਨੂੰ ਨਹੀਂ, ਇਕੱਲੇ ਬੀਜੇਪੀ ਵਾਲੇ ਨਹੀਂ। ਦੂਜੀ ਗੱਲ ਇਹ ਵੀ ਇਹਨਾਂ ਨੂੰ ਨੰਗਾ ਕੀਤਾ ਗਿਆ। ਮੈਂ ਕਹਿੰਦਾ ਆਉਣ ਵਾਲੇ ਦਿਨਾਂ ਦਾ ਅਸੀਂ ਡੈਮੋ ਪੇਸ਼ ਕੀਤਾ ਇਹਨਾਂ ਵਾਸਤੇ, ਸਿਆਸੀ ਲੋਕਾਂ ਵਾਸਤੇ, ਵੀ ਅਗਲੇ ਹਾਲਾਤ ਇਹੋ ਜਿਹੇ ਆਉਣੇ ਆ। ਤੁਸੀਂ ਜੋ ਕਹਿ ਕੇ ਸੱਤਾ 'ਚ ਆਏ ਸੀ, ਜੇ ਉਹਨੂੰ ਪੂਰਾ ਨਹੀਂ ਕੀਤਾ ਤਾਂ ਫਿਰ ਜਿਹੋ ਜਿਹਾ ਹਸ਼ਰ ਮਲੋਟ ਵਾਲਿਆਂ ਨੇ ਕੀਤਾ, ਅਸੀਂ ਕੀਤਾ ਇੱਥੇ ਸਿੱਧੂਪੁਰ ਜਥੇਬੰਦੀ ਨੇ ਮਲੋਟ 'ਚ MLA ਦਾ, ਪੂਰੇ ਹਿੰਦੁਸਤਾਨ ਦੇ ਵਿੱਚ ਹਰ ਇੱਕ ਸਿਆਸੀ ਬੰਦੇ ਦਾ ਇਹੋ ਜਿਹਾ ਹਾਲ ਹੋਊਗਾ। ਜੇ ਇਹੋ ਜਿਹੀਆਂ ਕਰਤੂਤਾਂ ਕਰਨਗੇ, ਜਾਂ ਤਾਂ ਭ੍ਰਿਸ਼ਟਾਚਾਰ ਤੋਂ ਬਾਜ਼ ਆ ਜਾਣ, ਗੁੰਡਾਗਰਦੀ ਤੋਂ ਬਾਜ਼ ਆ ਜਾਣ। ਇਹ ਤਾਂ ਕਹਿੰਦੇ ਰਾਜ ਨਹੀਂ, ਸੇਵਾ ਚਾਹੀਦੀ ਹੈ। ਜਿਹੜੇ ਸੇਵਾ ਕਰਦੇ ਉਹ ਤਨਖਾਹਾਂ ਨਹੀਂ ਮੰਗਦੇ। ਇੱਕ ਘਰੇ 9 ਤਨਖਾਹਾਂ ਜਾ ਰਹੀਆਂ, ਤੇ ਇੱਥੇ ਕੀ ਆ? ਕਰੋਨਾ ਮਹਾਂਮਾਰੀ ਦੇ ਵਿੱਚ ਕਿਸੇ ਨੂੰ ਇੱਕ ਪੈਸੇ ਦੀ ਸਹੂਲਤ ਨਹੀਂ ਗਰੀਬ ਨੂੰ। ਗਰੀਬ ਲਾਸ਼ ਵੀ ਰਚਕੇ ਤੇ ਚੱਕ ਕੇ ਲਿਜਾਂਦਾ ਹੈ, ਸਾਈਕਲ ਤੇ ਚੱਕ ਕੇ ਲਿਜਾਂਦਾ ਹੈ। ਜੇ ਗਰੀਬ ਦੇ ਘਰੇ ਲੇਡੀਜ਼ ਦਾ ਡਿਲੀਵਰੀ ਕੇਸ ਆ, ਉਹ ਇੱਕ ਰੇਹੜੀ ਤੇ ਪਾ ਕੇ ਲਿਜਾਂਦਾ ਹਸਪਤਾਲ। ਤੇ ਸਾਡੇ ਜਿਹੜੇ ਰਾਜ ਨਹੀਂ ਸੇਵਾ ਚਾਹੁੰਦੇ ਆ, ਉਹਨਾਂ ਦੇ ਇੱਕ ਪਰਿਵਾਰ ਦਾ ਮੈਡੀਕਲ ਖਰਚਾ ਜਿਹੜਾ ਸਰਕਾਰ ਨੇ ਚੱਕਿਆ, ਸਾਡੀ ਜੇਬ 'ਚੋਂ ਟੈਕਸ ਗਿਆ,
3 ਕਰੋੜ 68 ਲੱਖ ਰੁਪਈਆ ਬੀਬੀ ਜਿਹੜੀ ਸੁਰਿੰਦਰ ਕੌਰ ਸੀ ਉਹਦੇ ਇਲਾਜ ਤੇ ਲੱਗਿਆ, ਕਿਉਂ ਵੀ ਦੂਜਿਆਂ ਵਾਸਤੇ ਨਹੀਂ ਪੈਸੇ ਚਾਹੀਦੇ ਸੀ। ਅਸੀਂ ਇਸ ਦੇਸ਼ ਦੇ ਵਸਿੰਦੇ ਨਹੀਂ, ਕੋਈ ਸੇਵਾ ਨਹੀਂ ਕਰਦੇ, ਇਹ ਕੋਈ ਇਹ ਰਾਜ ਨਹੀਂ ਕਰਦੇ। ਸਿੱਧੇ ਤੌਰ ਤੇ ਅੱਜ ਸੱਤਾ ਦੇ ਵਿੱਚ ਗੁੰਡੇ ਕਾਬਜ਼ਾ। ਅਸੀਂ ਇਹਨਾਂ ਗੁੰਡਿਆਂ ਤੋਂ ਆਪਦੇ ਦੇਸ਼ ਨੂੰ ਆਜ਼ਾਦ ਕਰਾਉਣਾ। ਦੇਸ਼ ਅੱਜ ਆਰਥਿਕਤਾ ਦੀ ਲੜਾਈ ਲੜ ਰਿਹਾ ਹੈ ਤੇ ਅਸੀਂ ਇਹਨੂੰ ਜੀ ਜਾਨ ਨਾਲ ਲੜਾਂਗੇ। ਤੁਸੀਂ ਵੇਖਿਆ ਹੈ, ਅਸੀਂ ਸਾਡੇ ਪ੍ਰਧਾਨ ਜੀ ਨੇ 26 ਤਰੀਕ ਨੂੰ ਇੱਕ ਇੱਥੋਂ ਅਨਾਉਂਸ ਕੀਤਾ ਸੀ ਮੁਕਤਸਰ ਤੋਂ ਵੀ ਅਸੀਂ ਮੁਕਤਸਰ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਕੋਈ ਪ੍ਰੈਸ ਕਾਨਫਰੰਸ ਜਾਂ ਕੋਈ ਰੈਲੀ ਨਹੀਂ ਕਰਨ ਦੇਵਾਂਗੇ। ਤੇ 27 ਨੂੰ ਬੀਜੇਪੀ ਵਾਲਿਆਂ ਨੇ ਹਿੰਮਤ ਕੀਤੀ ਤਾਂ ਫਿਰ ਸਾਡੇ ਨਾਲ ਪੰਜਾ ਪੈ ਗਿਆ। ਤਾਂ ਹਸ਼ਰ ਤੁਸੀਂ ਵੇਖਿਆ, ਹਸ਼ਰ ਸਾਰੀ ਦੁਨੀਆ ਨੇ ਵੇਖਿਆ। ਬੀਜੇਪੀ ਤਾਂ ਜਾਣਬੁੱਝ ਕੇ ਸਾਡੇ ਨਾਲ ਪੰਗਾ ਕਰਨਾ ਚਾਹੁੰਦੀ ਸੀ ਵੀ ਕਿਵੇਂ ਨਾ ਕਿਵੇਂ ਕਰਕੇ ਅਸੀਂ ਸੰਯੁਕਤ ਮੋਰਚੇ ਨੂੰ ਬਦਨਾਮ ਕਰੀਏ ਵੀ ਇਹਨਾਂ ਦੇ ਲੋਕ ਇਸ ਤਰ੍ਹਾਂ ਦੇ ਆ, ਪਰ ਬਾਜੀ ਪੁੱਠੀ ਪੈ ਗਈ। ਜੋ ਅਸੀਂ ਕੀਤਾ ਸਾਰੇ ਵਰਲਡ ਦੇ ਲੋਕਾਂ ਨੇ ਵੇਖਿਆ। ਭਾਰਤ ਦੇ ਜਾਗਰੂਕ ਲੋਕਾਂ ਨੇ, ਵਿਦਵਾਨ ਲੋਕਾਂ ਨੇ ਇਹ ਸੋਚ ਲਿਆ ਵੀ ਵਾਕਿਆ ਹੀ ਆਉਣ ਵਾਲੇ ਦਿਨਾਂ 'ਚ ਸਿਆਸੀ ਲੋਕਾਂ ਦਾ ਜਿਹੜਾ ਹਾਲ ਹੋਣਾ ਉਹਦਾ ਡੈਮੋ ਹੈ ਇਹ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਸਭ ਤੋਂ ਵੱਧ ਪੜ੍ਹਿਆ ਲਿਖਿਆ ਜਿਹੜੀ ਕੈਟਾਗਰੀ ਅਸੀਂ ਡਿਕਸ਼ਨਰੀ ਨੂੰ ਮੰਨਦੇ ਹਾਂ, ਵਕੀਲਾਂ ਨੂੰ ਮੰਨਦੇ ਹਾਂ। ਮਲੋਟ ਤੋਂ ਲੈ ਕੇ ਚੰਡੀਗੜ੍ਹ ਤੱਕ ਬੀਜੇਪੀ ਵਾਲਿਆਂ ਦਾ ਕਿਸੇ ਨੇ ਕੇਸ ਨਹੀਂ ਫੜਿਆ। ਸਾਨੂੰ ਫਰੀ ਜ਼ਮਾਨਤਾਂ ਕਰਾ ਕੇ ਦਿੱਤੀਆਂ। ਸਾਰੀਆਂ ਬਾਰ ਐਸੋਸੀਏਸ਼ਨਾਂ ਜਿਹੜੀਆਂ ਸੀ ਕਿਸਾਨ ਜਥੇਬੰਦੀ ਨਾਲ ਖੜੀਆਂ। ਜੇ ਅਸੀਂ ਮਾੜਾ ਕੀਤਾ ਹੁੰਦਾ, ਜੇ ਅਸੀਂ ਗਲਤ ਕਦਮ ਚੁੱਕਿਆ ਹੁੰਦਾ ਤਾਂ ਫਿਰ ਜਿਹੜੇ ਦੁਨੀਆ ਦੇ ਸਭ ਤੋਂ ਪੜ੍ਹੇ ਲਿਖੇ ਗਿਣੇ ਜਾਣ ਵਾਲੇ ਵਿਅਕਤੀ ਹੈ, ਜਿਹੜੇ ਲੋਕਤੰਤਰ ਨੂੰ ਸਭ ਤੋਂ ਵੱਧ ਮੰਨਣ ਵਾਲੇ, ਲੋਕਤੰਤਰ ਦੀ ਗੱਲ ਕਰਦੇ, ਉਹ ਲੋਕ ਸਾਡੇ ਨਾਲ ਨਹੀਂ ਖੜਦੇ। ਅੱਜ ਇਹਨਾਂ ਨੇ ਲੋਕਤੰਤਰ ਦਾ ਘਾਣ ਕੀਤਾ। ਗੁੰਡਿਆਂ ਦਾ ਰਾਜ ਆ। ਗੁੰਡੇਗਰਦੀ ਦੇ ਖਿਲਾਫ ਅਸੀਂ ਉੱਠੇ ਹਾਂ ਤਾਂ ਲੋਕਾਂ ਦੀ ਆਵਾਜ਼ ਬਣ ਕੇ ਲੜਦੇ ਰਹਾਂਗੇ। ਅਸੀਂ 35-36 ਦਿਨ ਜੇਲ੍ਹ ਕੱਟੀ ਹੈ। ਜੇਲ੍ਹਾਂ ਜੂਲਾਂ ਦਾ ਸਾਨੂੰ ਕੋਈ ਡਰ ਨਹੀਂ। ਅਸੀਂ ਤਾਂ ਇੱਥੋਂ ਤੱਕ ਐਲਾਨ ਕਰਕੇ ਘਰਾਂ ਚੋਂ ਨਿਕਲੇ ਨਾ, ਜਾਂ ਜਿੱਤਾਂਗੇ ਜਾਂ ਮਰਾਂਗੇ। ਤਾਂ ਫਿਰ ਤਾਂ ਹਜੇ ਵਾਟ ਹੀ ਨਹੀਂ ਚੱਲੀ, ਤਾਂ ਪਹਿਲੀ ਪੌੜੀ ਚੜ੍ਹੇ ਹਾਂ। ਜੀ ਤਾਂ ਇਹ ਸਨ ਨਿਰਮਲ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ। ਬੀਤੇ ਦਿਨੀ ਜਿਹੜਾ ਕਿ ਮਲੋਟ ਦੇ ਵਿੱਚ ਬੀਜੇਪੀ ਵਿਧਾਇਕ ਨੂੰ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ, ਧੱਕਾ ਮੁੱਕੀ ਹੋਈ, ਝੜਪਾਂ ਹੋਈਆਂ, ਕੱਪੜੇ ਪਾਟੇ। ਉਸ ਤੋਂ ਬਾਅਦ ਅੱਜ ਫਿਰ ਤਿੱਖੀ ਚੇਤਾਵਨੀ ਨਿਰਮਲ ਸਿੰਘ ਨੇ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਦੇ ਦਿੱਤੀ ਹੈ ਵੀ ਜਿਹੜਾ ਕਿਸਾਨਾਂ ਦੇ ਖਿਲਾਫ ਚੱਲੂਗਾ ਇਹ ਇੱਕ ਟ੍ਰੇਲਰ ਹੈ, ਹਰੇਕ ਨਾਲ ਅਜਿਹਾ ਕੁਝ ਹੋ ਸਕਦਾ। ਪੰਜਾਬ ਦੀ ਜਿਹੜੀ ਆਰਥਿਕਤਾ ਉਹ ਖੇਤੀ ਦੇ ਉੱਤੇ ਨਿਰਭਰ ਕਰਦੀ ਹੈ। ਖੇਤੀ ਤੋਂ ਬਿਨਾਂ ਪੰਜਾਬ ਦਾ ਭਵਿੱਖ ਧੁੰਦਲਾ ਹੈ। ਉਹ ਜ਼ਮੀਨਾਂ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਵਾਇਆ, ਅੱਜ ਉਹਨਾਂ ਜ਼ਮੀਨਾਂ ਨੂੰ ਮੋਦੀ ਸਰਕਾਰ ਜਿਹੜੀ ਹੈ ਕਾਰਪੋਰੇਟ ਘਰਾਣਿਆਂ ਦੇ ਪੈਰਾਂ ਦੇ ਵਿੱਚ ਸੁੱਟਣਾ ਚਾਹੁੰਦੀ ਹੈ। ਪਰ ਦੇਸ਼ ਪੰਜਾਬ ਦੇ ਇਮਾਨਦਾਰ ਲੋਕ ਜ਼ਮੀਨਾਂ ਨੂੰ ਬਚਾਉਣ ਦੇ ਵਾਸਤੇ ਲੜ ਰਹੇ ਨੇ। ਪਿਛਲੇ 6 ਮਹੀਨਿਆਂ ਤੋਂ ਲੜ ਰਹੇ ਨੇ। 350 ਤੋਂ ਵੱਧ ਲਾਸ਼ਾਂ ਦਿੱਲੀ ਦੇ ਬਾਰਡਰਾਂ ਤੋਂ ਪੰਜਾਬ ਤੇ ਹਰਿਆਣਾ ਯੂਪੀ ਨੂੰ ਜਾ ਚੁੱਕੀਆਂ। ਗੱਲ ਇਹੋ ਆ, ਕਿਸਾਨ ਲੀਡਰਾਂ ਤੋਂ ਵੀ ਆਮ ਲੋਕ ਆਸ ਕਰਦੇ ਨੇ ਕਿ ਇਮਾਨਦਾਰੀ ਦੇ ਨਾਲ ਇਸ ਮਸਲੇ ਨੂੰ ਅੱਗੇ ਲਿਆ ਜਾਵੇ, ਇਸ ਨੂੰ ਸੁਲਝਾਇਆ ਜਾਵੇ। ਜਿਹੜਾ ਵਾਅਦਾ ਕੀਤਾ ਸੀ ਜਾਂ ਅਸੀਂ ਜਿੱਤਾਂਗੇ ਜਾਂ ਅਸੀਂ ਮਰਾਂਗੇ, ਕਾਸ਼ ਇਹੀ ਗੱਲ ਦੇ ਉੱਤੇ ਡਟੇ ਰਹਿਣ। ਜਿਹੜੀਆਂ ਕਿਸੇ ਨਾ ਕਿਤੇ ਵਿੱਚੋਂ ਸਾਨੂੰ ਕੁਝ ਕਨਸੂਆਂ ਆਉਂਦੀਆਂ ਨੇ ਕਿ ਕਿਸਾਨ ਲੀਡਰ ਵੀ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਦੀਆਂ ਪੀਂਘਾਂ ਝੂਟਣ ਦੀਆਂ ਤਿਆਰੀਆਂ ਕਰ ਰਹੇ ਨੇ। ਕਿਸਾਨ ਲੀਡਰ ਵੀ ਜਿਹੜਾ 2022 ਦੇ ਵਿੱਚ ਆਪਣੀ ਪੀਂਘ ਪਾਉਣਾ ਚਾਹੁੰਦੇ ਨੇ ਜਾਂ ਸਿਆਸੀ ਲੀਡਰਾਂ ਦੀਆਂ ਗੱਡੀਆਂ ਦੇ ਵਿੱਚ ਹੂਟੇ ਲੈਣਾ ਚਾਹੁੰਦੇ ਨੇ, ਉਹ ਝੂਠੀਆਂ ਨਿਕਲਣ। ਇਹੋ ਆਸ ਕਰਦੇ ਹਾਂ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਸਹੀ ਹੋਵੇ ਔਰ ਆਉਣ ਵਾਲਾ ਸਮਾਂ 2022 ਦੀਆਂ ਚੋਣਾਂ ਦੇ ਵਿੱਚ ਕਿਹੜੀ ਸਿਆਸੀ ਪਾਰਟੀ ਕਿਸਾਨ ਹਤੈਸ਼ੀ ਹੋਏਗੀ। ਸੱਚਮੁੱਚ ਵਾਅਦੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ, ਵਾਅਦੇ ਵਫਾ ਨਹੀਂ ਹੁੰਦੇ, ਉਹ ਜਿਹੜੇ ਕਿ ਮਹਿਜ਼ ਲਾਰੇ ਬਣ ਜਾਂਦੇ। ਆਉਣ ਵਾਲਾ ਸਮਾਂ ਦੱਸੂਗਾ। 2022 ਦੀਆਂ ਚੋਣਾਂ ਜਿਹੜੀਆਂ ਕਿ ਕੁਝ ਮਹੀਨਿਆਂ ਦੀ ਦੂਰੀ ਤੇ ਨੇ, ਇੱਕ ਪਾਸੇ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਤੇ ਭਾਰਤੀ ਰਾਜਧਾਨੀ ਨੂੰ ਘੇਰੀ ਬੈਠੇ ਆ, ਦੂਜੇ ਪਾਸੇ ਪੰਜਾਬ ਦੀਆਂ ਚੋਣਾਂ ਬਿਲਕੁਲ ਸਿਰ ਤੇ ਹੈ। ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਮੁੜ ਤੋਂ ਆਪਣੀ ਦੋਹਰੀ ਪਾਰੀ ਜਿੱਤਣ ਦੇ ਵਾਸਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਖੁਸ਼ ਕਰਦੀ ਹੈ। ਭਾਰਤੀ ਜਨਤਾ ਪਾਰਟੀ ਜਿਹੜੀ ਡਿਜੀਟਲ ਇੰਡੀਆ ਹੋਣ ਦਾ ਦਾਅਵਾ ਕਰਦੀ ਹੈ, ਜਿਹੜੀ ਕਹਿੰਦੀ ਅਸੀਂ 100 ਸਾਲ ਦੁਨੀਆ ਦੇ ਮੁਲਕਾਂ ਨਾਲੋਂ ਅੱਗੇ ਚਲੇ ਗਏ ਹਾਂ, ਚੰਦ ਦੇ ਉੱਤੇ ਘਰ ਪਾਵਾਂਗੇ, 3-3 ਹਜ਼ਾਰ ਕਰੋੜ ਦੀਆਂ ਮੂਰਤੀਆਂ ਲਾ ਰਹੇ ਨੇ, ਉਹ ਅੰਨਦਾਤੇ ਨੂੰ ਕਿਸ ਤਰ੍ਹਾਂ ਖੁਸ਼ ਕਰੂਗੀ। 350 ਲਾਸ਼ਾਂ ਪਿੰਡਾਂ ਨੂੰ ਲਿਜਾਣ ਵਾਲੇ ਕਿਸਾਨ ਕਦੋਂ ਜਿੱਤ ਕੇ ਆਉਣਗੇ। ਪੰਜਾਬ ਦੇ ਲੋਕ ਆਸ ਤੇ ਉਡੀਕ ਕਰ ਰਹੇ ਨੇ।